ਤਕਰੀਬਨ 8 ਲੱਖ ਰੁਪਏ ਮੈਨੂੰ ਭਾਜੀ ਬੱਚੇ 4.5 ਮਹੀਨੇ ਚ 4.5 ਮਹੀਨੇ 20 ਚੋਂ 20 ਮਾਸ਼ਾਅੱਲਾ। वंडा खुद तैयार करो। अगर फार्मिंग करनी है, जिस बंदे भी कामयाब फार्मिंग करनी है पाकिस्तान वो अपना वंडा खुद तैयार करे। वंडा कंपनियां ਜਿਹੜੀਆਂ ਨੇ ਇੱਕ ਜ਼ੋਨਲ ਮੈਨੇਜਰ ਨੂੰ 1.5 ਤੋਂ 2 ਲੱਖ ਰੁਪਏ ਤਨਖਾਹ ਤੇ ਜੀਐਲਏ ਉਹਨਾਂ ਦਿੱਤੀ ਹੈ। ਛੋਟਾ ਜਿਹੜਾ ਅਫੀਸਰ ਇਹਨੂੰ 80,000 ਰੁਪਏ ਤਨਖਾਹ 1500 ਰੁਪਏ ਡੇਲੀ ਖਰਚਾ, ਉਹਨਾਂ ਦੇ ਕੋਈ ਆਪਣੇ ਤੇਲ ਦੇ ਖੂਹ ਹੈ ਨਹੀਂ। ਉਜ਼ਾਰ ਫਾਰਮਰ ਸਾਰਾ ਬੋਝ ਆ ਕੇ ਫਾਰਮਰ ਤੇ ਪੈਂਦਾ ਸਰ। ਜਦੋਂ ਜਾਨਵਰ ਦੇ ਕੋਲ ਖਲੋ ਤਕਰੀਬਨ ਕਮ ਅਜ਼ ਕਮ ਜਾਨਵਰ ਦੀ ਹਾਈਟ 5 ਫੁੱਟ ਹੋਣੀ ਚਾਹੀਦੀ ਹੈ। ਜਾਨਵਰ ਦੀ ਹਾਈਟ 5 ਫੁੱਟ ਹੋਏ, ਉਹ ਸਿਹਤਮੰਦ ਹੋਏ, ਬਿਮਾਰੀਆਂ ਤੋਂ ਪਾਕ ਹੋਏ, ਉਹਦਾ ਵੇਖ ਲਓ ਮੂੰਹ ਖੋਲ ਕੇ ਮੂੰਹ ਖੁਰ ਤੇ ਨਹੀਂ। ਜਦੋਂ ਮੰਡੀ ਜਾਓ ਕਮ ਅਜ਼ ਕਮ ਮੂੰਹ ਖੁਰ ਦਾ ਲਾਜ਼ਮੀ ਖਿਆਲ ਰੱਖੋ, ਕਿਉਂਕਿ ਮੂੰਹ ਖੁਰ ਵਾਲਾ ਜਾਨਵਰ ਆ ਕੇ ਫਰਕ ਨਹੀਂ ਕਰਦਾ, ਚਾਹੇ ਜਿਹੜੀ ਮਰਜ਼ੀ ਖੁਰਾਕ ਦੇ ਲਓ। ਅੱਗੇ ਵੀ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਪੁਰਾਣੇ ਲੋਕ ਦੱਸਦੇ ਨੇ ਕਿ ਜੇ ਤੂੰ ਲਾਵੇਂ ਡੇਰਾ ਤੇ ਸਾਰਾ ਹੀ ਤੇਰਾ, ਤੇ ਜੇ ਤੂੰ ਪਾਵੇਂ ਫੇਰਾ ਤੇ ਅੱਧਾ ਤੇਰਾ ਤੇ ਅੱਧਾ ਮੇਰਾ। ਜਿਸ ਬੰਦੇ ਨੇ ਫਾਰਮ ਤੇ ਸਾਰਾ ਦਿਨ ਆਪੀ ਨਹੀਂ ਤੋਜੋ ਦੇਣੀ, ਮੁਲਾਜ਼ਮਾਂ ਦੇ ਛੱਡ ਕੇ ਆਪੀ ਸੈਰ ਸਪਾਟੇ ਕਰਨੇ ਨੇ, ਉਹਦੇ ਵਾਲਾ ਕੰਮ ਨਹੀਂ। अस्सलाम वालेकुम। वालेकुम सलाम सर की हाल है? अल्हम्दुलिल्लाह खैरियत जनाब, शुक्र अल्लाह पाक दा। सर सब तो पहले मेरे दोस्तों ਨੂੰ ਆਪਣਾ ਤੇ ਆਪਣੇ ਇਲਾਕੇ ਦਾ ਤਾਰਫ ਕਰਵਾ ਦਿਓ। ਸਰ ਮਸਕੀਨ ਅਲੀ ਘੁੰਮਣ ਪੰਜਗਰੇ ਘੁੰਮਣਾ ਸਾਡਾ ਪਿੰਡ ਹੈ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। सर माशाल्लाह तकरीबन साल ही हो गया है। पिछली तो पहले जनाब दी वीडियो बनाई सी, आवाम ने काफ़ी पसंद की सी। उदू जनाब को आलमोस्ट 20 तकरीबन बच्चे हैं। 20 बच्चे ठीक है। इस टाइम किन्ने ने? 51 जानवर भाई। सर सब तो पहले मैं चाहवागा मेरे दोस्तों ਨੂੰ ਦੱਸੋ ਜਿਹੜਾ ਪਿਛਲੀ ਈਦ ਦਾ ਤਜਰਬਾ ਤੁਹਾਡਾ ਉਹ ਕਿਹਦਾ ਰਿਹਾ? ਅਲਹਮਦੁਲਿल्लाह जी बेहतरीन। ਉਹ ਜਿਹੜੇ ਸਰ ਤੁਸੀਂ ਬੱਚੇ ਤਿਆਰ ਕੀਤੇ ਹਨ ਕਿੰਨੇ ਅਰਸੇ 'ਚ ਕੀਤੇ ਹਨ ਤੇ ਉਹਨਾਂ 'ਚ ਕੀ ਕੋਈ ਤੁਹਾਨੂੰ ਬਚਤ ਵਗੈਰਾ ਹੋ ਗਈ? ਉਹਦਾ ਕੋਈ ਤਕਰੀਬਨ 4.5 ਮਾਹ ਤਿਆਰੀ ਸੀ ਉਹਨਾਂ ਦੀ, ਟਾਈਮ ਥੋੜਾ ਸੀ। ਬੱਚੇ ਬਹਰਹਾਲ ਅਸੀਂ ਆਪਣਾ ਵੰਡਾ ਖੁਦ ਤਿਆਰ ਕਰਕੇ ਪਾਈਦਾ, ਖੁਰਾਕ ਚੰਗੀ ਰਹਿੰਦੀ ਹੈ ਤੇ ਅਸੀਂ ਆਪੀ ਨਾਲ ਖੁਦ ਕੰਮ ਕਰਨੇ ਆ। ਜਿਹੜੀ ਮੇਨ ਵਜ੍ਹਾ ਹੈ ਇਹ ਪਾਰਟ ਟਾਈਮ ਜੌਬ ਨਹੀਂ, ਇਹ ਕੰਮ ਜਿਹੜਾ ਬੰਦਾ ਉਹੀ ਇਹ ਕੰਮ ਕਰੇ ਕਿ ਜਿਹੜਾ ਖੁਦ ਕਰ ਸਕਦਾ ਜਾਂ ਕਰਵਾ ਸਕਦਾ। ਜਿਹੜਾ ਬੰਦਾ ਕਹਿੰਦਾ ਕਿ ਮੈਂ ਮੋਬਾਈਲ ਤੇ ਨੈਟ ਤੇ ਵੇਖ ਕੇ ਕੰਮ ਕਰਵਾ ਲਾਂਗਾ, ਉਹ ਬਿਲਕੁਲ ਨਹੀਂ। ਜੀ ਸਰ ਬਿਲਕੁਲ। ਉਹ ਸਰ ਜਿਹੜੇ ਤੁਸੀਂ ਤਕਰੀਬਨ 4.5 ਮਾਹ 'ਚ ਜਾਨਵਰ ਤਿਆਰ ਕੀਤਾ ਸੀ, ਉਹ ਫੀ ਜਾਨਵਰ ਕਿੰਨੀ ਕੁ ਕੋਈ ਪ੍ਰੋਫਿਟ ਦੇ ਗਿਆ? ਤਕਰੀਬਨ 8 ਲੱਖ ਰੁਪਏ ਮੈਨੂੰ ਭਾਜੀ ਬੱਚੇ 4.5 ਮਹੀਨੇ ਚ। 4.5 ਮਹੀਨੇ 20 ਚੋਂ 20 ਮਾਸ਼ਾਅੱਲਾ। ਸਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਇਹਦੇ ਤੇ ਪ੍ਰੋਪਰ ਟਾਈਮ ਦੇਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਇਹਨਾਂ ਦੀ ਖੁਰਾਕ ਅੱਛੀ ਹੋਣੀ ਚਾਹੀਦੀ ਹੈ। ਬਿਲਕੁਲ। ਤੁਹਾਡੇ ਮਾਸ਼ਾਅੱਲਾ ਜਿੰਨੇ ਜਾਨਵਰ ਇਸ ਟਾਈਮ ਦੇਖੇ ਨੇ ਸਾਰੇ ਮੁਕੰਮਲ ਤੌਰ ਤੇ ਸਿਹਤਮੰਦ ਨੇ ਤੇ ਬਿਲਕੁਲ ਤਿਆਰ ਨੇ। ਇਹਨਾਂ ਦੀ ਜਿਹੜੀ ਤੁਸੀਂ ਤਿਆਰੀ ਕੀਤੀ ਹੈ ਇੰਨੀ ਅੱਛੀ, ਉਹਦੇ ਮੁਤਲਕ ਦੱਸੋ ਕਿ ਇਹਨਾਂ ਨੂੰ ਕਿਹੜੀ ਖੁਰਾਕ ਦਿੱਤੀ ਹੈ ਤੇ ਉਹ ਤੁਸੀਂ ਖੁਦ ਅਗਰ ਤਿਆਰ ਕਰਵਾਉਂਦੇ ਹੋ ਤਾਂ ਕਿਹੜੀ ਚੀਜ਼ਾਂ ਦੀ ਤਿਆਰ ਕਰਵਾਉਂਦੇ ਹੋ? ਸਰ ਇਹਦੇ ਚ ਮੇਨ ਚੀਜ਼ ਸੋਇਆਬੀਨ ਮੇਲ ਹੈ, ਕਨੋਲਾ ਮੇਲ ਹੈ, ਰਾਈਸ ਪਾਲਿਸ਼, ਮਕਈ, ਗੰਦਮ, ਚਨੇ ਦਾ ਛਿਲਕਾ, ਸ਼ੀਰਾ ਰਾਬ, ਮਿਨਰਲ ਮਿਕਸਚਰ, ਡੀਸੀਪੀ ਪਾਊਡਰ, ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਇਸਤੇਮਾਲ ਕਰੀਦਾ। ਜੀ ਬਿਲਕੁਲ। ਇਹ ਸਰ ਜਿਹੜਾ ਤੁਸੀਂ ਵੰਡਾ ਬਣਵਾ ਰਹੇ ਹੋ ਖੁਦ ਆਪਣੀ ਜ਼ੇਰੇ ਨਿਗਰਾਨੀ ਬਣਵਾਉਂਦੇ ਹੋ? ਬਿਲਕੁਲ ਜੀ, ਜ਼ੇਰੇ ਇੱਕ ਦਿਨ ਵੀ ਐਸਾ ਨਹੀਂ ਕਿ ਬਗੈਰ ਜ਼ੇਰੇ ਨਿਗਰਾਨੀ ਤੋਂ ਬਗੈਰ ਕੰਮ ਹੀ ਨਹੀਂ ਚੱਲਦਾ। ਇਹ ਪਾਕਿਸਤਾਨ ਹੈ, ਹਰ ਬੰਦਾ ਇੱਥੇ ਦਾਲ ਆਉਣ ਨੂੰ ਫਿਰਦਾ ਹੈ जी। वंडा खुद तैयार करो। अगर फार्मिंग करनी है, जिस बंदे भी कामयाब फार्मिंग करनी है पाकिस्तान वो अपना वंडा खुद तैयार करे। वंडा कंपनियां ਜਿਹੜੀਆਂ ਨੇ ਇੱਕ ਜ਼ੋਨਲ ਮੈਨੇਜਰ ਨੂੰ 1.5 ਤੋਂ 2 ਲੱਖ ਰੁਪਏ ਤਨਖਾਹ ਤੇ ਜੀਐਲਏ ਉਹਨਾਂ ਦਿੱਤੀ ਹੈ। ਛੋਟਾ ਜਿਹੜਾ ਅਫੀਸਰ ਇਹਨੂੰ 80,000 ਰੁਪਏ ਤਨਖਾਹ 1500 ਰੁਪਏ ਡੇਲੀ ਖਰਚਾ, ਉਹਨਾਂ ਦੇ ਕੋਈ ਆਪਣੇ ਤੇਲ ਦੇ ਖੂਹ ਹੈ ਨਹੀਂ। ਉਜ਼ਾਰ ਫਾਰਮਰ ਸਾਰਾ ਬੋਝ ਆ ਕੇ ਫਾਰਮਰ ਤੇ ਪੈਂਦਾ। ਅਗਰ ਤੁਸੀਂ ਵੰਡਾ ਆਪਣੇ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਕਮ ਅਜ਼ ਕਮ ਆਪਣਾ ਵੰਡਾ ਖੁਦ ਤਿਆਰ ਕਰੋ। ਤੇ ਸਰ ਜਿਹੜਾ ਵੰਡਾ ਖੁਦ ਤਿਆਰ ਕਰੀਦਾ ਜੀ, ਇਹਦਾ ਰਿਜ਼ਲਟ ਤੇ ਯਕੀਨਨ ਬਹੁਤ ਅੱਛਾ ਹੈ ਦੂਸਰੇ ਵੰਡਿਆਂ ਤੋਂ। ਇਹ ਜਿਹੜੀ ਇਹਦਾ ਤਿਆਰ ਹੋ ਕੇ ਦੀ ਕੀਮਤ ਹੈ ਦੂਸਰੇ ਵੰਡਿਆਂ ਦੀ ਨਿਸਬਤ ਕਮ ਹੈ ਜਾਂ ਜ਼ਿਆਦਾ ਹੈ? ਨਹੀਂ, ਦੂਸਰੇ ਵੰਡਿਆਂ ਦੀ ਨਿਸਬਤ ਜ਼ਿਆਦਾ ਹੈ। ਅੱਛਾ ਜੀ, ਯਾਨੀ ਕਿ ਤੁਸੀਂ ਅੱਛੀਆਂ ਚੀਜ਼ਾਂ ਇਸਤੇਮਾਲ ਕਰਨੀਆਂ ਨੇ, ਵਿੱਚ ਕੋਈ ਦਾਅ ਦਫਾ ਨਹੀਂ ਰਹਿਣਾ। ਨਹੀਂ ਜੀ ਬਿਲकुल। तो फिर यानी कि महंगा ही पैना है? बिल्कुल। क्वालिटी ਤੇ ਕੋਈ ਸਮਝੌਤਾ ਨਹੀਂ ਜਨਾਬ। ठीक है। ਕੁਆਂਟੀਟੀ ਕਮ ਹੋ ਸਕਦੀ ਹੈ, ਕੁਆਲਿਟੀ ਤੇ ਕੋਈ ਸਮਝੌਤਾ ਨਹੀਂ, ਕੁਆਲਿਟੀ A1। ਜ਼ਬਰਦਸਤ। ਸਰ ਜਿਹੜੇ ਪਿਛਲੇ ਜਾਨਵਰ ਤੁਸੀਂ ਤਕਰੀਬਨ 4.5 ਮਾਹ ਰੱਖੇ ਹਨ, ਇਹ ਜਿਹੜੇ ਜਾਨਵਰ ਤੁਸੀਂ ਖਰੀਦੇ ਨੇ ਇਹਨਾਂ ਨੂੰ ਕਿੰਨਾ ਅਰਸਾ ਹੋ ਗਿਆ ਲਿਆਂਦਿਆਂ? ਇਹਨਾਂ ਨੂੰ ਤਕਰੀਬਨ ਕੁਝ ਜਾਨਵਰ ਨੇ ਜਿਨ੍ਹਾਂ ਨੂੰ ਈਦ ਤੇ ਸਾਲ ਵੀ ਹੋ ਜਾਣਾ, ਬਾਅਦ ਜਾਨਵਰ ਨੇ ਜਿਨ੍ਹਾਂ ਨੂੰ 7 ਤੋਂ 8 ਮਹੀਨੇ ਹੋਣੇ ਨੇ। ਠੀਕ ਹੈ। ਈਦ ਤੱਕ ਯਾਨੀ ਕਿ ਐਤਕੀ ਜਿਹੜਾ ਤੁਹਾਡਾ ਨਾ ਦੀ ਤਿਆਰੀ ਦਾ ਪੀਰੀਅਡ ਹੈ ਉਹ ਲੰਬਾ ਹੈ ਪਹਿਲੇ ਦੀ ਨਿਸਬਤ। ਜੀ। ਤੇ ਜਿਹੜੇ ਦੋਸਤ ਈਦ ਵਾਸਤੇ ਜਾਨਵਰ ਤਿਆਰ ਕਰਨਾ ਚਾਹਨ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ? ਫਰਜ਼ ਕੀਤਾ ਹੋਣਾ ਜਿਹੜੀ ਈਦ ਗੁਜ਼ਰਨੀ ਹੈ ਵੱਡੀ, ਉਸ ਤੋਂ ਕਿੰਨੇ ਅਰਸੇ ਬਾਅਦ ਜਾਨਵਰ ਲੈ ਆਉਣ? ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਲੈ ਆਉਣ ਤੇ ਬਿਹਤਰ ਹੈ। ਜਿੰਨਾ ਤੁਸੀਂ ਜਾਨਵਰ ਨੂੰ ਲੰਬਾ ਸਾਂਭੋਗੇ, ਤਿਆਰੀ ਉਹਦੀ ਅੱਛੀ ਕਰੋਗੇ, ਖੁਰਾਕ ਉਹਨੂੰ ਅੱਛੀ ਦਿਓਗੇ, ਜਾਨਵਰ ਤੁਹਾਨੂੰ ਉਹਨਾਂ ਬਿਹਤਰ ਰਿਜ਼ਲਟ ਦੇਗਾ। ਠੀਕ ਹੈ। ਤੇ ਸਰ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ ਕੋਈ ਅੱਛੇ ਟਿਪਸ ਦੱਸੋ। ਤੁਸੀਂ ਜਦੋਂ ਜਾਨਵਰ ਲੈਂਦੇ ਹੋ ਮੰਡੀ ਚੋਂ ਲੈਂਦੇ ਹੋ ਜਾਂ ਕਿ ਫੇਰ ਟੁਰ ਕੇ ਲੈਂਦੇ ਹੋ, ਤੇ ਜਾਨਵਰ ਦੀ ਕਿਹੜੀ ਚੀਜ਼ ਵੇਖ ਕੇ ਤੁਸੀਂ ਜਾਨਵਰ ਖਰੀਦਦੇ ਹੋ? ਸਰ ਮੇਨ ਚੀਜ਼ ਤੇ ਜਾਨਵਰ ਦੀ ਨਸਲ, ਉਹਦਾ ਕੱਦ ਕਾਠ, ਉਹਦੀ ਲੰਬਾਈ, ਉਹਦੀ ਹਾਈਟ, ਇਹ ਚੀਜ਼ਾਂ ਜਿਹੜੀਆਂ ਨੇ ਕੰਸਰਨ ਕਰਦੀਆਂ ਨੇ ਜਾਨਵਰ ਦੀ ਗਰੋਥ ਦੇ ਨਾਲ।
ਅਗਰ ਜਾਨਵਰ ਤੁਹਾਡਾ ਸਿਹਤਮੰਦ ਨਹੀਂ ਤੇ ਚੰਗੀ ਨਸਲ ਵੀ ਉਹ ਕੁਛ ਨਹੀਂ ਕਰੇਗੀ। ਜਾਨਵਰ ਦੀ ਸਿਹਤਮੰਦ ਹੋਣਾ ਜਾਨਵਰ ਦਾ ਜ਼ਰੂਰੀ ਹੈ। ਠੀਕ ਹੈ। ਤੇ ਸਰ ਅਗਰ ਈਦ ਵਾਸਤੇ ਇਹਨਾਂ ਦੀ ਤਿਆਰੀ ਕਰਨੀ ਹੈ ਤੇ ਕਿਹੜੀ ਨਸਲ ਦੀ ਜ਼ਿਆਦਾ ਮੰਗ ਹੈ ਤੇ ਕਿਹੜੀ ਨਸਲ ਜ਼ਿਆਦਾ ਗਰੋਥ ਕਰਦੀ ਹੈ? ਸਰ ਗਰੋਥ ਪਾਕਿਸਤਾਨ 'ਚ ਇਸ ਵਕਤ ਸਭ ਤੋਂ ਟਾਪ ਜਿਹੜਾ ਉਹ ਬ੍ਰਾਹਮਣ ਨਸਲ ਜਾ ਰਹੀ ਹੈ। ਉਸ ਤੋਂ ਬਾਅਦ ਨੁਕਰਾ ਹੈ, ਅਬਲਕ ਹੈ, ਚੋਲਸਤਾਨੀ ਹੈ, ਸਾਹੀਵਾਲ ਹੈ। ਸਾਡੀ ਸਾਹੀਵਾਲ ਵੀ ਬਹੁਤ ਅੱਛੀ ਬਰੀਡ ਹੈ। ਠੀਕ ਹੈ ਜੀ। ਤੇ ਸਰ ਜਿਹੜਾ ਚੰਗਾ ਜਾਨਵਰ ਹੈ ਜਿਹੜਾ ਕੱਲ ਨੂੰ ਗਰੋਥ ਅੱਛੀ ਕਰੇਗਾ ਉਹਦੇ ਮੁਤਲਕ ਕੋਈ 2-4 ਐਸੀਆਂ ਗੱਲਾਂ ਦੱਸੋ ਕਿ ਨਵੇਂ ਦੋਸਤਾਂ ਨੂੰ ਵੀ ਆਈਡੀਆ ਹੋਈਏ ਕਿ ਜਾਨਵਰ ਇਸ ਕਿਸਮ ਦਾ ਲੈਣਾ ਹੈ। ਸਰ ਜਦੋਂ ਜਾਨਵਰ ਦੇ ਕੋਲ ਖਲੋ ਤਕਰੀਬਨ ਕਮ ਅਜ਼ ਕਮ ਜਾਨਵਰ ਦੀ ਹਾਈਟ 5 ਫੁੱਟ ਹੋਣੀ ਚਾਹੀਦੀ ਹੈ। ਜਾਨਵਰ ਦੀ ਹਾਈਟ 5 ਫੁੱਟ ਹੋਏ, ਉਹ ਸਿਹਤਮੰਦ ਹੋਏ, ਬਿਮਾਰੀਆਂ ਤੋਂ ਪਾਕ ਹੋਏ। ਉਹਦਾ ਵੇਖ ਲਓ ਉਹ ਮੂੰਹ ਖੋਲ ਕੇ ਮੂੰਹ ਖੁਰ ਤੇ ਨਹੀਂ, ਜਦੋਂ ਮੰਡੀ ਜਾਓ ਕਮ ਅਜ਼ ਕਮ ਮੂੰਹ ਖੁਰ ਦਾ ਲਾਜ਼ਮੀ ਖਿਆਲ ਰੱਖੋ, ਕਿਉਂਕਿ ਮੂੰਹ ਖੁਰ ਵਾਲਾ ਜਾਨਵਰ ਆ ਕੇ ਫਰਕ ਨਹੀਂ ਕਰਦਾ, ਚਾਹੇ ਜਿਹੜੀ ਮਰਜ਼ੀ ਖੁਰਾਕ ਦੇ ਲਓ। ਠੀਕ ਹੈ। ਤੇ ਜੋ ਮੰਡੀ 'ਚ ਸਰ ਤੁਸੀਂ ਜਾਨਵਰ ਲੈਂਦੇ ਹੋ ਵਜ਼ਨ ਕਰਕੇ ਲੈਂਦੇ ਹੋ ਜਾਂ ਕਿ ਉਹਦੀ ਉਮਰ ਨਹੀਂ, ਦਾ ਆਪਣੇ ਆਈਡੀਆ ਨਾਲ ਜਿਹੜਾ ਖੂਬਸੂਰਤ ਲੱਗੇ। ਖੂਬਸੂਰਤ ਜਾਨਵਰ ਵਜ਼ਨ ਦੇ ਹਿਸਾਬ ਨਾਲ ਨਹੀਂ ਮਿਲਦਾ, ਖੂਬਸੂਰਤੀ ਦੇ ਪੈਸੇ ਅਲੱਗ ਹੀ ਹੁੰਦੇ ਨੇ। ਠੀਕ ਹੈ। ਯਾਨੀ ਕਿ ਜਿਹੜੇ ਕੁਝ ਦੋਸਤ 3 ਮਾਹ ਵਾਸਤੇ ਰੱਖਦੇ ਨੇ ਉਹ ਲਈ ਫਾਰਮਿੰਗ 'ਚ ਤੇ ਆਲੀ ਫਾਰਮਿੰਗ 'ਚ ਨਹੀਂ, ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਠੀਕ ਹੈ। ਤੇ ਸਰ ਇਹਨਾਂ ਦੀ ਜਿਹੜੀ ਵੈਕਸੀਨ ਨੇ ਇਹਨਾਂ ਦੀ ਜਿਹੜੀ ਡੀਵਰਮਿੰਗ ਹੈ ਉਹਦਾ ਕੀ ਸ਼ਡਿਊਲ ਹੈ, ਕਿੰਨੀ ਦਫਾ ਕਰਾਈਏ ਤੁਸੀਂ? ਸਰ ਇਹ ਡਿਵਰਮਿੰਗ ਜਿਹੜੀ ਹੈ ਨਾ ਪਹਿਲੇ ਹੁੰਦਿਆਂ ਸਰ 2-3 ਦਿਨ ਬਾਅਦ ਕਰੀਦੀ ਹੈ, ਫਿਰ 15 ਦਿਨ ਬਾਅਦ, ਫਿਰ ਵੈਕਸੀਨੇਸ਼ਨ ਕਰਕੇ ਉਸ ਤੋਂ ਹਰ 2 ਮਾਹ ਬਾਅਦ ਡਿਵਰਮਿੰਗ ਅਸੀਂ ਰਿਪੀਟ ਕਰਦੇ ਰਹਿੰਦੇ ਹਾਂ। ਇਹ ਡੀਵਰਮਿੰਗ ਤੇ ਵੈਕਸੀਨ ਖੁਦ ਹੀ ਕਰ ਲੈਂਦੇ ਹੋ? ਬਿਲਕੁਲ ਜੀ, ਖੁਦ। ਠੀਕ ਹੈ। ਸਰ ਇਹਨਾਂ ਦੀ ਤਿਆਰੀ ਵਿੱਚ ਵੰਡੇ ਦੇ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਅਹਿਮ ਕਿਰਦਾਰ ਹੈ? ਸਰ ਇਹਨਾਂ ਨੂੰ ਅਸੀਂ ਨਾ ਵੰਡੇ ਤੋਂ ਇਲਾਵਾ 8 ਦਿਨ ਬਾਅਦ ਮਸਾਲਾ ਦੇਈਦਾ, ਜਿਹਦੇ ਮੋਟੀ ਇਲਾਚੀ, ਕਾਲੀ ਮਿਰਚ, ਸੌਂਫ, ਅਜਵਾਇਨ, ਕੌੜਤੁਮਾ, ਪਨੀਰ, ਕਾਲਾ ਨਮਕ, ਸਫੇਦ ਨਮਕ, ਮਿੱਠਾ ਸੋਡਾ, ਇਹ ਸਾਰੀਆਂ ਚੀਜ਼ਾਂ ਸ਼ਾਮਲ ਹੈ। ਠੀਕ ਹੈ। ਉਸ ਤੋਂ ਇਲਾਵਾ ਇਹਨਾਂ ਨੂੰ ਬਾਅਦ 10-15 ਦਿਨ ਬਾਅਦ ਸਬਜ਼ ਮਸਾਲਾ ਵੀ ਦੇਈਦਾ, ਜਿਹਦੇ ਵਿੱਚ ਪਿਆਜ਼, ਹਰੀ ਮਿਰਚ, ਅਦਰਕ, ਥੋਮ, ਇਹ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ। ਠੀਕ ਹੈ। ਤੇ ਇਹ ਜਿਹੜਾ ਸਰ ਤੁਸੀਂ ਸਬਜ਼ ਮਸਾਲਾ ਤੇ ਦੂਸਰੇ ਮਸਾਲੇ ਦਾ ਜ਼ਿਕਰ ਕੀਤਾ ਹੈ ਇਹਦਾ ਕੀ ਫਾਇਦਾ ਹੁੰਦਾ ਹੈ? ਸਰ ਜਾਨਵਰ ਦਾ ਹਾਜ਼ਮਾ ਬਿਹਤਰ ਰਹਿੰਦਾ ਹੈ, ਜਾਨਵਰ ਨੂੰ ਭੁੱਖ ਜ਼ਿਆਦਾ ਲੱਗਦੀ ਹੈ, ਤਜ਼ਾਬੀਅਤ ਵਗੈਰਾ ਮੇਦੇ ਜੋ ਖਤਮ ਹੋ ਜਾਂਦੀ ਹੈ, ਜਾਨਵਰ ਗਰੋਥ ਜ਼ਿਆਦਾ ਕਰਦਾ। ਠੀਕ ਹੈ। ਹੁਣ ਸਰ ਇਹਨਾਂ ਦੇ ਵੰਡੇ ਦੇ ਮੁਤਲਕ ਤੇ ਇਹਨਾਂ ਦੀ ਖੁਰਾਕ ਦੇ ਮੁਤਲਕ ਥੋੜਾ ਦੱਸੋ ਕਿ ਤੁਸੀਂ ਅੱਜ ਕੱਲ੍ਹ ਖੁਰਾਕ ਕਿੰਨੀ ਇਸਤੇਮਾਲ ਕਰਦੇ ਹੋ ਤੇ ਜਦੋਂ ਜਾਨਵਰ ਲੈ ਕੇ ਆਏ ਹੋ ਉਦੋਂ ਉਹਨਾਂ ਦੀ ਖੁਰਾਕ ਕਿੰਨੀ ਸੀ? ਸਰ ਮੈਂ ਜ਼ਿਆਦਾਤਰ 3 ਤੋਂ 4 ਕਿਲੋ ਖੁਰਾਕ ਰੱਖੀ ਹੈ, ਲੇਕਿਨ ਫਿਲਹਾਲ 6 ਕਿਲੋ ਤੱਕ ਮੈਂ ਇਹਨਾਂ ਨੂੰ ਖਾ ਰਿਹਾ। ਇਹ ਵੰਡਾ ਜੀ 6 ਕਿਲੋ ਡੇਲੀ, ਤੇ ਜਿਹੜਾ ਸਬਜ਼ ਚਾਰਾ ਤੇ ਤੂੜੀ ਹੈ ਜਿੰਨੀ ਖਾਣ ਰੱਜ ਕੇ ਉਹਨਾਂ ਨੂੰ ਆਮ ਇਜਾਜ਼ਤ ਹੈ। ਠੀਕ ਹੈ। ਵੈਸੇ ਜਿਹੜਾ ਸਬਜ਼ ਚਾਰਾ ਤੇ ਤੂੜੀ ਉਹਦੀ ਰੇਸ਼ੋ ਕੀ ਰੱਖਣੀ ਚਾਹੀਦੀ ਹੈ? ਰੇਸ਼ੋ 1/3 ਤੇ ਹੋਣੀ ਚਾਹੀਦੀ ਹੈ। ਅੱਛਾ ਜੀ। ਇਹ 1/3 ਤੂੜੀ ਕਿੰਨੀ ਤੇ ਯਾਨੀ ਤੀਸਰਾ ਹਿੱਸਾ ਤੂੜੀ ਤੇ ਬਾਕੀ ਸਬਜ਼ ਚਾਰਾ 3 ਹਿੱਸੇ। ਠੀਕ ਸਰ, ਮਾਸ਼ਾਅੱਲਾ ਤੁਸੀਂ ਕਾਫੀ ਕੀਮਤੀ ਗੱਲਾਂ ਦੱਸਦੇ ਹੋ ਪਏ। ਹੁਣ ਤੁਹਾਡੇ ਸ਼ੈੱਡ ਤੇ ਥੋੜੀ ਮੈਂ ਗੱਲ ਕਰਾਂ ਦਾ, ਮਾਸ਼ਾਅੱਲਾ ਸ਼ੈੱਡ ਤੁਸੀਂ ਨਵਾਂ ਤਿਆਰ ਕੀਤਾ ਹੈ। ਜੀ। ਇਹਦੀ ਲੰਬਾਈ ਚੌੜਾਈ ਕਿੰਨੀ ਹੈ ਤੇ ਕਿੰਨੇ ਜਾਨਵਰਾਂ ਦੀ ਕਪੈਸਿਟੀ ਹੈ? ਇਹਦੇ 'ਚ 50 ਜਾਨਵਰ ਬੜੇ ਸਕੂਨ ਆ ਜਾਂਦੇ ਤੇ ਇਹਦੀ ਲੰਬਾਈ ਜਿਹੜੀ ਉਹ 75 ਫੁੱਟ ਹੈ ਤੇ ਚੌੜਾਈ ਜਿਹੜੀ ਇਹਦੀ 50 ਫੁੱਟ ਹੈ। ਠੀਕ ਹੈ। 75 ਜਾਨਵਰ ਆਈ ਜਾਂਦੇ ਨੇ? 50 ਜਾਨਵਰ। ਇਹ 50? ਜੀ। ਤੇ ਮਾਸ਼ਾਅੱਲਾ ਕਿੰਨੀ ਜੀ, ਦੇਰ ਇਹ ਸਰ ਕਿੰਨੀ ਦੇਰ ਪਹਿਲੇ ਇਹ ਤਿਆਰ ਕੀਤਾ ਹੈ? ਤਕਰੀਬਨ ਇਹਨੂੰ 7 ਕਮਾ ਹੋ ਗਏ। ਠੀਕ ਹੈ। ਇਹਦਾ ਜਿਹੜਾ ਖਰਚਾ ਕੋਈ ਕੈਲਕੂਲੇਟ ਕੀਤਾ ਸੀ ਕਿ ਨਹੀਂ? ਇਹ ਤਕਰੀਬਨ ਸਾਰਾ ਟੋਟਲ ਜਿਹੜਾ ਹੈ 6 ਕਨਾਲ ਦੀ 4 ਦੀਵਾਰੀ ਮਿੱਟੀ ਟੋਟਲ ਮਿਸਤਰੀਆਂ ਵਗੈਰਾ ਨੂੰ ਦੇ ਕੇ 30 ਤੋਂ 32 ਲੱਖ ਰੁਪਏ ਲੱਗਾ ਸ਼ੈੱਡ ਤੇ 4 ਦੀਵਾਰੀ ਮਿੱਟੀ ਵਗੈਰਾ ਦਾ ਟੋਟਲ, ਲੇਬਰ, ਖੁਰਲੀਆਂ, ਹਰ ਚੀਜ਼ ਜੋ ਵੀ। ਠੀਕ ਹੈ। ਮਸਕੀਨ ਸਾਹਿਬ ਮਾਸ਼ਾਅੱਲਾ ਤੁਹਾਡੇ ਫਾਰਮ ਤੇ ਇਸ ਟਾਈਮ 3-4 ਨਸਲ ਦੇ ਜਾਨਵਰ ਮੌਜੂਦ ਨੇ ਜੀ। ਇਹਨਾਂ ਚੋਂ ਜਿਹੜੀ ਸਭ ਤੋਂ ਜ਼ਿਆਦਾ ਵਜ਼ਨ ਕਰਨ ਵਾਲੀ ਨਸਲ ਹੈ, ਜ਼ਿਆਦਾ ਗਰੋਥ ਵਾਲੀ ਹੈ, ਉਹ ਕਿਹੜੀ ਨਸਲ ਹੈ? ਬ੍ਰਾਹਮਣ। ਉਹ ਜ਼ਿਆਦਾ ਕਰਦੀ ਹੈ ਜੀ। ਤੇ ਜਦੋਂ ਤੁਸੀਂ ਮੰਡੀ ਚੋਂ ਖਰੀਦਦੇ ਹੋ ਉਦੋਂ ਸਸਤਾ ਜਾਨਵਰ ਕਿਹੜਾ ਮਿਲਦਾ ਤੇ ਮਹਿੰਗਾ ਕਿਹੜਾ ਮਿਲਦਾ? ਇਹਨਾਂ ਦਾ ਰੇਟ ਕੁਰਬਾਨੀ ਵਾਲਾ ਜਿਹੜਾ ਜਾਨਵਰ ਹੈ ਇਹਦੀ ਖੂਬਸੂਰਤੀ ਦਾ ਡਿਪੈਂਡ ਕਰਦੀ ਹੈ। ਜਿੰਨਾ ਜਾਨਵਰ ਖੂਬਸੂਰਤ ਹੋਏਗਾ ਰੇਟ ਉਹਦਾ ਜ਼ਿਆਦਾ ਹੋਏਗਾ, ਵਜ਼ਨ ਐਡਾ ਮੈਨੇ ਨਹੀਂ ਰੱਖਦਾ। ਇਹਦੇ 2-3 ਮਣ ਦਾ ਜਾਨਵਰ 4 ਲੱਖ ਤੱਕ ਸੇਲ ਹੁੰਦਾ ਹੈ। 2-3 ਮਣ ਵਜ਼ਨ ਦਾ ਜਾਨਵਰ ਵੀ 4 ਲੱਖ ਤੱਕ ਸੇਲ ਹੁੰਦਾ ਹੈ। ਤੇ ਸਰ ਜਦੋਂ ਇਹਨਾਂ ਦੀ ਤਿਆਰੀ ਹੋਈ ਜਾਂਦੀ ਹੈ, ਈਦ ਮਾਸ਼ਾਅੱਲਾ ਕਰੀਬ ਅੱਗੋਂ ਆ ਰਹੀ ਹੈ, ਜੀ। ਇਹਨਾਂ ਦੀ ਜਿਹੜੀ ਸੇਲ ਜੀ, ਹੈ ਜੀ। ਮੰਡੀ ਵਿੱਚ ਕਰਦੇ ਹੋ ਜਾਂ ਕਿ ਫਾਰਮ ਤੇ ਹੋਈ ਇਹਦੀ? ਨਹੀਂ, ਅਲਹਮਦੁਲਿਲਾ ਕੁਝ ਜਾਨਵਰ ਮੇਰੇ ਫਾਰਮ ਤੇ ਸੇਲ ਹੋ ਜਾਂਦੇ ਨੇ, ਬਾਕੀ ਅਗਰ ਕੋਈ ਰਹਿ ਜਾਣ ਤੇ ਸਿਆਲਕੋਟ ਆਪਣੀ ਮੰਡੀ ਸੀ। ਠੀਕ ਹੈ। ਬਾਜ਼ ਔਕਾਤ ਮੰਡੀ ਡਾਊਨ ਹੋਈ ਜਾਂਦੀ ਹੈ, ਬਾਜ਼ ਔਕਾਤ ਅਪ ਹੁੰਦੀ ਹੈ। ਫਾਰਮਰ ਨੂੰ ਇਹਨਾਂ ਦੀ ਜਦੋਂ ਫਰੋਖਤ ਹੈ ਉਦੋਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਅੱਲਾ ਨਾ ਕਰੇ ਅਗਰ ਮੰਡੀ ਡਾਊਨ ਵੀ ਹੋਈਏ ਤੇ ਉਹ ਨੁਕਸਾਨ ਤੋਂ ਬਚ ਜੇ? ਅੱਛੀ ਨਸਲ ਦਾ ਜਿਹੜਾ ਤੁਹਾਡਾ ਜਾਨਵਰ ਹੈ ਨਾ, ਜਿਹਦੀ ਨਸਲ ਬਹੁਤ ਅੱਛੀ ਹੈ, ਉਹ ਤੇ ਕਦੀ ਵੀ ਮੰਡੀ ਡਿੱਗੀ 'ਚ ਵੇਚਣਾ ਹੀ ਨਹੀਂ ਚਾਹੀਦਾ। ਉਹਨੂੰ ਅਗਲੇ ਸਾਲ ਵਾਸਤੇ ਰੱਖ ਲਓ, ਜ਼ਿਆਦਾ ਪ੍ਰੋਫਿਟ ਦੇ ਕੇ ਜਾਏਗਾ। ਅਗਰ ਇਸ ਸਾਲ ਉਹਦਾ ਰੇਟ 4 ਲੱਖ 3 ਲੱਖ ਲੱਗਦਾ ਸਾਲ, ਉਹਨੂੰ ਸਮਝੋ ਅਗਲੇ ਸਾਲ ਉਹ ਮੇਬੀ 10 ਲੱਖ ਦਾ ਵੀ ਜਾ ਸਕਦਾ ਹੈ। ਠੀਕ ਹੈ। ਯਾਨੀ ਕਿ ਜਿਹੜਾ ਤੁਸੀਂ ਜਾਨਵਰ ਅੱਛਾ ਤਿਆਰ ਕੀਤਾ ਉਹਨੂੰ ਕਮ ਕੀਮਤ ਤੇ ਸੇਲ ਨਾ ਕਰੋ। ਬਿਲਕੁਲ ਬਿਲਕੁਲ। ਮਾਸ਼ਾਅੱਲਾ।
ਸਰ ਤੁਸੀਂ ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਦੱਸੀਆਂ ਨੇ। ਇਸ ਤੋਂ ਇਲਾਵਾ ਕੋਈ ਹੋਰ ਅਹਿਮ ਗੱਲ ਰਹਿ ਗਈ ਹੋਏ ਜਿਹੜੀ ਤੁਸੀਂ ਸਮਝਦੇ ਹੋ ਕਿ ਆ ਫਾਰਮਿੰਗ ਦੇ ਮੁਤਲਕ ਅਹਿਮ ਹੈ? ਸਰ ਜੀ ਫਾਰਮ ਅੱਗੇ ਵੀ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਪੁਰਾਣੇ ਲੋਕ ਦੱਸਦੇ ਨੇ ਕਿ ਜੇ ਤੂੰ ਲਾਵੇਂ ਡੇਰਾ ਤੇ ਸਾਰਾ ਹੀ ਤੇਰਾ, ਤੇ ਜੇ ਤੂੰ ਪਾਵੇਂ ਫੇਰਾ ਤੇ ਅੱਧਾ ਤੇਰਾ ਤੇ ਅੱਧਾ ਮੇਰਾ। ਜਿਸ ਬੰਦੇ ਨੇ ਫਾਰਮ ਤੇ ਸਾਰਾ ਦਿਨ ਆਪੀ ਨਹੀਂ ਤੋਜੋ ਦੇਣੀ, ਮੁਲਾਜ਼ਮਾਂ ਦੇ ਛੱਡ ਕੇ ਆਪੀ ਸੈਰ ਸਪਾਟੇ ਕਰਨੇ ਨੇ, ਉਹਦੇ ਵਾਲਾ ਇਹ ਕੰਮ ਨਹੀਂ। ਬਿਲਕੁਲ। ਜਿਸ ਬੰਦੇ ਆਪਣੀ ਨਿਗਰਾਨੀ ਸਾਰੇ ਕੰਮ ਕਰਵਾਉਣੇ ਨੇ ਉਹਦਾ ਹੀ ਕੰਮ ਹੈ ਇਹ। ਬਾਕੀ ਇਹ ਪੈਸੇ ਵਾਲੇ ਲੋਕ ਜਿਹੜੇ ਨੇ ਉਹ ਬੜੇ ਸ਼ੌਕ ਨਾਲ ਕਰਦੇ ਨੇ, ਬਾਅਦ ਛੱਡ ਕੇ ਦੌੜ ਜਾਂਦੇ ਨੇ। ਬਿਲਕੁਲ ਸਰ, ਬੜੀ ਸੋਹਣੀ ਗੱਲ ਕੀਤੀ ਜੇ, ਕੀਮਤੀ ਗੱਲ ਦਸੀ ਏ। ਤੇ ਜਿਹੜੇ ਦੋਸਤ ਜਨਾਬ ਨਾਲ ਰਾਬਤਾ ਕਰਨਾ ਚਾਹੁੰਦੇ ਨੇ, ਜੀ, ਜੀ। ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਜਾਂ ਈਦ ਵਾਸਤੇ ਕੋਈ ਜਾਨਵਰ ਖਰੀਦਣਾ ਚਾਹੁੰਦੇ ਨੇ, ਤੇ ਜਨਾਬ ਦਾ ਕੋਈ ਮੋਬਾਈਲ ਨੰਬਰ? ਸਰ ਫਾਰਮਿੰਗ ਵਾਸਤੇ ਮੈਂ 24 ਘੰਟੇ ਹਾਜ਼ਰ ਹਾਂ। ਕਿਸੇ ਭਰਾ ਨੂੰ ਕੋਈ ਮਸ਼ਵਰਾ, ਕੋਈ ਰਹਿਨਮਾਈ ਕਿਸੇ ਮਤਲਬ ਵੀ ਚਾਹੀਦੀ ਹੋਏ, 24 ਘੰਟੇ, ਟਾਈਮ ਦਾ ਕੋਈ ਲਿਹਾਜ਼ ਨਹੀਂ। 0310 72 50 979। ਇਹ WhatsApp ਵੀ ਇਹਦੇ ਤੇ ਹੈ? WhatsApp ਵੀ ਇਹਦੇ ਤੇ, ਇਹ ਮੂਵੀ ਇਹਦੇ ਤੇ। ਠੀਕ ਹੈ ਸਰ। ਆਖਰੀ ਸਵਾਲ ਹੈ, ਜਿਹੜੇ ਦੋਸਤ ਆ ਵੀਡੀਓ ਵੇਖਦੇ ਨੇ, ਪੇ ਉਹਨਾਂ ਨੂੰ ਕੋਈ ਅੱਛਾ ਜਾਂ ਮੁਖਲਸ ਮਸ਼ਵਰਾ? ਮਿਹਨਤ ਦਿਲ ਲਾ ਕੇ ਕਰੋ ਤੇ ਜਾਨਵਰ ਦਾ ਇੰਤਖਾਬ ਚੰਗਾ ਕਰੋ ਤੇ ਉਹਨੂੰ ਚੰਗਾ ਸਾਂਭੋ। ਜੀ ਸਰ, ਤੁਸੀਂ ਦਿਲ ਖੁਸ਼ ਕੀਤਾ, ਬੜੀਆਂ ਸੋਹਣੀਆਂ ਤੇ ਕੀਮਤੀ ਗੱਲਾਂ ਦਸੀਆਂ ਨੇ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤੇ ਬਰਕਤ अता फरमाए। आमीन। अल्लाह हाफिज़। अल्लाह। वीडियो को लाइक करें, शेयर करें, कमेंट करें।